ਕਨੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਮੁੱਖ ਖਬਰਾਂ। BC 'ਚ ਕੋਵਿਡ-19 ਮਾਮਲਿਆਂ ਦਾ ਇੱਕੋ ਦਿਨ ਦਾ ਸਭ ਤੋਂ ਵੱਡਾ ਵਾਧਾ। ਕੁੱਲ ਮਾਮਲਿਆਂ ਦੀ ਗਿਣਤੀ 1 ਲੱਖ ਦੇ ਪਾਰ। 55 ਤੋਂ 65 ਸਾਲ ਦੇ ਲੋਅਰ ਮੇਨਲੈਂਡ ਵਾਸੀਆਂ ਵੱਲੋਂ ਵੈਕਸੀਨ ਹਾਸਲ ਕਰਨ ਲਈ ਕਾਲਸ ਦਾ ਹੜ੍ਹ। UBC ਵੱਲੋਂ ਆਨਰੇਰੀ ਡਿਗਰੀ ਨਾਲ ਹੋਵੇਗਾ ਡਾਕਟਰ ਬੌਨੀ ਹੈਨਰੀ ਤੇ ਗ੍ਰੇਟਾ ਥਨਬਰਗ ਦਾ ਸਨਮਾਨ। ਡਾਕਟਰ ਸੁਪ੍ਰਿਆ ਸ਼ਰਮਾ ਨੇ ਕਿਹਾ ਕੈਨੇਡਾ ਵਿੱਚ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਿਲ ਸਕਦੀ ਮਨਜ਼ੂਰੀ। ਨਿਊਯਾਰਕ ਵਿੱਚ ਔਰਤ ਤੇ ਹਮਲਾ ਕਰਨ ਵਾਲਾ ਸ਼ੱਕੀ ਚੜਿਆ ਪੁਲਿਸ ਅੜਿੱਕੇ। ਤੇ ਹੁਣ ਖਬਰਾਂ ਵਿਸਥਾਰ ਨਾਲ। BC ਵਿੱਚ ਕੋਵਿਡ-19 ਦੇ ਇੱਕੋ ਦਿਨ 'ਚ ਰਿਪੋਰਟ ਹੋਣ ਵਾਲੇ ਮਾਮਲਿਆਂ ਦਾ ਰਿਕਾਰਡ ਟੁੱਟ ਗਿਆ। ਇਸ ਦੇ ਨਾਲ ਹੀ BC 'ਚ ਕੋਵਿਡ-19 ਸੰਬੰਧੀ ਮਾਮਲਿਆਂ ਦੀ ਗਿਣਤੀ ਵੀ 1 ਲੱਖ ਦੇ ਪਾਰ ਪਹੁੰਚ ਗਈ ਹੈ। ਅੱਜ BC 'ਚ ਕੋਵਿਡ-19 ਦੇ 1013 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਦੁੱਖ ਦੀ ਗੱਲ ਸੀ ਕਿ ਅੱਜ 3 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,48,00,000 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1458 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 7405 ਤੱਕ ਪਹੁੰਚ ਗਏ ਹੈ। BC 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਅੱਜ ਦੇ ਮਾਮਲੇ ਰਿਪੋਰਟ ਨਹੀਂ ਹੋਏ। ਕਿਸੇ ਤਕਨੀਕੀ ਦਿੱਕਤ ਕਾਰਨ ਇਹ ਅੰਕੜੇ ਅੱਜ ਸਾਂਝੇ ਨਹੀਂ ਕੀਤੇ ਗਏ। BC 'ਚ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 7,56,080 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ। ਬੁੱਧਵਾਰ ਤੱਕ ਦੇ ਅੰਕੜਿਆਂ ਅਨੁਸਾਰ BC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 9,81,060 ਵੈਕਸੀਨ ਖੁਰਾਕਾਂ ਡਿਲੀਵਰ ਹੋ ਚੁੱਕੀਆਂ। ਅੱਜ BC ਦੇ ਲੋਅਰ ਮੇਨਲੈਂਡ ਵਿੱਚ ਕੋਵਿਡ-19 ਵੈਕਸੀਨ ਹਾਸਲ ਕਰਨ ਦੇ ਚਾਹਵਾਨ ਲੋਕਾਂ ਵੱਲੋਂ ਅਪਾਇੰਟਮੈਂਟ ਹਾਸਲ ਕਰਨ ਲਈ ਫੋਨ ਲਾਈਨਸ ਤੇ ਕਾਲਸ ਦਾ ਹੜ੍ਹ ਲਿਆ ਦਿੱਤਾ ਗਿਆ। ਇਸ ਦੇ ਚੱਲਦਿਆਂ ਉਲਝਣ ਅਤੇ ਲੰਮੀ ਉਡੀਕ ਜਿਹਾ ਮਾਹੌਲ ਬਣ ਗਿਆ। BC 'ਚ ਕੱਲ੍ਹ ਹੀ ਐਲਾਨ ਕੀਤਾ ਗਿਆ ਸੀ ਕਿ ਲੋਅਰ ਮੇਨਲੈਂਡ ਦੇ 55 ਤੋਂ 65 ਸਾਲ ਦੇ ਦਰਮਿਆਨ ਦੇ ਨਿਵਾਸੀਆਂ ਨੂੰ ਇਹ ਆਪਸ਼ਨ ਹੋਵੇਗੀ ਕਿ ਉਹ ਆਪਣੇ ਨੇੜੇ ਦੇ ਫਾਰਮੇਸੀ ਵਾਲਿਆਂ ਨਾਲ ਸੰਪਰਕ ਕਰਕੇ ਕੋਵਿਡ-19 ਵੈਕਸੀਨ ਹਾਸਲ ਕਰ ਸਕਣਗੇ। ਇਸ ਪ੍ਰਕਿਰਿਆ ਵਿੱਚ ਆਕਸਫੋਰਡ ਐਸਟਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋਅਰ ਮੇਨਲੈਂਡ ਦੇ ਵਾਸੀਆਂ ਦੀ ਚੋਣ ਇਸ ਪ੍ਰਕਿਰਿਆ ਲਈ ਇਸ ਲਈ ਕੀਤੀ ਗਈ ਕਿ ਇਸ ਇਲਾਕੇ 'ਚ ਕੋਵਿਡ-19 ਮਾਮਲਿਆਂ ਦੀ ਗਿਣਤੀ ਕਾਫੀ ਵੱਡੀ ਰਹੀ ਹੈ। ਬੀਤੀ ਰਾਤ ਤੱਕ ਹੀ ਲੰਡਨ ਡਰੱਗਸ ਫੈਸਿਲਿਟੀਆਂ ਤੇ ਵੱਡੀ ਗਿਣਤੀ ਵਿੱਚ ਬੁਕਿੰਗ ਹੋ ਗਈ ਸੀ। ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀਆਂ 3 ਫਾਰਮੇਸੀਆਂ ਤੇ ਪੂਰੀ ਤਰ੍ਹਾਂ ਬੁਕਿੰਗ ਹੋ ਚੁੱਕੀ ਹੈ। ਫਿਲਹਾਲ ਉਹਨਾਂ ਕੋਲ ਸੀਮਿਤ ਗਿਣਤੀ ਵਿੱਚ ਵੈਕਸੀਨ ਪਹੁੰਚੀ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਵੀਡਨ ਦੀ ਵਾਤਾਵਰਣ ਸੰਬੰਧੀ ਐਕਟਿਵਿਸਟ ਗ੍ਰੇਟਾ ਥਨਬਰਗ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਡਾਕਟਰ ਬੌਨੀ ਹੈਨਰੀ ਤੇ ਗ੍ਰੇਟਾ ਥਨਬਰਗ ਉਹਨਾਂ 18 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਇਹ ਸਨਮਾਨ ਹਾਸਲ ਹੋਵੇਗਾ। ਸਮਾਜ ਦੇ ਵਿੱਚ ਆਪਣੇ ਬਿਹਤਰੀਨ ਯੋਗਦਾਨ ਦੇ ਲਈ ਇਹਨਾਂ 18 ਲੋਕਾਂ ਨੂੰ ਆਨਰੇਰੀ ਡਿਗਰੀ ਨਵਾਜ਼ੀਆਂ ਜਾਣਗੀਆਂ। UBC ਪ੍ਰੈਜ਼ੀਡੈਂਟ ਸੈਂਟਾ ਓਨੋ ਦਾ ਕਹਿਣਾ ਹੈ ਕਿ ਡਾਕਟਰ ਬੌਨੀ ਹੈਨਰੀ ਨੇ ਪੈਂਡੈਮਿਕ ਦੌਰਾਨ ਸੂਬੇ ਵਿੱਚ ਇੱਕ ਮਜ਼ਬੂਤ ਆਵਾਜ਼ ਦਾ ਕੰਮ ਕੀਤਾ। ਉਹਨਾਂ ਕਿਹਾ ਕਿ 18 ਸਾਲਾ ਗ੍ਰੇਟਾ ਥਨਬਰਗ ਮੌਸਮ ਤਬਦੀਲੀ ਦੇ ਮਾਮਲੇ ਵਿੱਚ ਲੋਕਾਂ ਲਈ ਪ੍ਰੇਰਨਾ ਸਾਬਤ ਹੋਈ ਹੈ। ਡਾਕਟਰ ਹੈਨਰੀ ਨੂੰ ਆਪਣੀ ਆਨਰੇਰੀ ਡਿਗਰੀ ਯੂਨੀਵਰਸਿਟੀ ਦੇ ਵੈਨਕੂਵਰ ਕੈਂਪਸ ਵਿੱਚ ਮਿਲੇਗੀ। ਗ੍ਰੇਟਾ ਥਨਬਰਗ ਨੂੰ ਆਪਣੀ ਆਨਰੇਰੀ ਡਿਗਰੀ ਕੈਲੋਨਾ ਦੀ ਓਕਨਾਗਨ ਲੋਕੇਸ਼ਨ 'ਚ ਦਿੱਤੀ ਜਾਵੇਗੀ। ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ ਡਾਕਟਰ ਥਰੀਸਾ ਟੈਮ ਦਾ ਕਹਿਣਾ ਹੈ ਕਿ ਪੈਂਡੈਮਿਕ ਦੌਰਾਨ ਇੱਕ ਬੁਨਿਆਦੀ ਚੁਣੌਤੀ ਰਹੀ ਹੈ ਕਿ ਸਾਇੰਸ ਤੇ ਸਬੂਤ ਲਗਾਤਾਰ ਬਦਲ ਰਹੇ ਹਨ ਅਤੇ ਇਸ ਬਦਲਾਅ ਦੇ ਅਨੁਸਾਰ ਖੁਦ ਨੂੰ ਢਾਲਦੇ ਰਹਿਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਐਸਟਰਾਜ਼ੈਨੇਕਾ ਵੈਕਸੀਨ ਦੇ ਮਾਮਲੇ ਵਿੱਚ ਅਜਿਹਾ ਹੀ ਹੋਇਆ ਜਦ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਨੇ ਕਲੀਨਿਕਲ ਟ੍ਰਾਇਲ ਦੇ ਆਸਰੇ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਪਰ ਜਿਵੇਂ-ਜਿਵੇਂ ਡਾਟਾ ਉਪਲਬਧ ਹੁੰਦਾ ਗਿਆ ਉਸ ਦੇ ਆਧਾਰ ਤੇ ਅੱਗੇ ਦੇ ਫੈਸਲੇ ਲਏ ਗਏ ਹੈ। ਉਧਰ ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾਕਟਰ ਸੁਪ੍ਰਿਆ ਸ਼ਰਮਾ ਦਾ ਕਹਿਣਾ ਹੈ ਕਿ ਐਸਟਰਾਜ਼ੈਨੇਕਾ ਵੈਕਸੀਨ ਸੰਬੰਧੀ ਸ਼ੁਰੂਆਤ ਵਿੱਚ ਜਦ ਡਾਟਾ ਨਹੀਂ ਸੀ ਤਾਂ ਉਸ ਵੇਲੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦ ਇਸ ਸੰਬੰਧੀ ਅਪਰੂਵਲ ਲਈ ਜ਼ਰੂਰੀ ਡਾਟਾ ਉਪਲਬਧ ਹੋਇਆ ਤਾਂ ਉਸੇ ਅਨੁਸਾਰ ਇਸ ਨੂੰ ਮਨਜ਼ੂਰੀ ਦਿੱਤੀ ਗਈ। ਪਰ ਉਹਨਾਂ ਕਿਹਾ ਕਿ ਹੁਣ ਮੌਜੂਦਾ ਸਮੇਂ ਦੇ ਫੈਸਲੇ ਵੀ ਡਾਟਾ ਤੇ ਹੀ ਆਧਾਰਿਤ ਹਨ। ਹਾਲਾਂਕਿ ਉਹਨਾਂ ਮੰਨਿਆ ਕਿ ਇਸ ਦੇ ਸਾਈਡ ਇਫੈਕਟ ਨਵੇਕਲੇ ਹਨ ਅਤੇ ਕੋਵਿਡ-19 ਦੇ ਮੁਕਾਬਲੇ ਇਸ ਦੇ ਲਾਭ ਬੇਹੱਦ ਵੱਧ ਹਨ। ਅੱਜ ਕੈਨੇਡਾ ਦੇ ਚੋਟੀ ਦੇ ਫੈਡਰਲ ਸਿਹਤ ਅਧਿਕਾਰੀਆਂ ਤੇ ਡਾਕਟਰਾਂ ਨੇ ਫੇਸਬੁੱਕ ਰਾਹੀਂ ਕਈ ਲੋਕਾਂ ਨਾਲ ਰਾਬਤਾ ਬਣਾਇਆ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਕੋਵਿਡ-19 ਤੇ ਵੈਕਸੀਨ ਸੰਬੰਧੀ
ਵੱਖੋ ਵੱਖਰੇ ਸਵਾਲ ਪੁੱਛੇ ਗਏ। I think the fundamental challenge with this pandemic is that science and evidence and knowledge is always evolving and is emerging fast. So we have to act fast to adapt and evolve the guidance when new evidence warrants it. The National Advisory Committee examined, of course, the clinical trial information where you have data from tens of thousands, say over 30,000 people, and demonstrated that the vaccines are safe and effective. But as more and more vaccines are rolled out in real life to tens of millions of people, more data is going to come in. Pfizer Canada ਦਾ ਕਹਿਣਾ ਹੈ ਕਿ ਉਹ ਹੈਲਥ ਕੈਨੇਡਾ ਤੋਂ ਮੰਗ ਕਰਨਗੇ ਕਿ ਕੋਵਿਡ-19 ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆਂ ਲਈ ਵੀ ਮਨਜ਼ੂਰ ਕੀਤਾ ਜਾਵੇ। Pfizer BioNTech ਵੈਕਸੀਨ ਨੂੰ ਪਹਿਲਾਂ ਹੀ 16 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰ ਕੀਤਾ ਜਾ ਚੁੱਕਿਆ ਹੈ। ਇਸ ਵੈਕਸੀਨ ਦੇ ਸ਼ੁਰੂਆਤੀ ਕਲੀਨਿਕਲ ਟ੍ਰਾਇਲਸ ਦੌਰਾਨ ਛੋਟੀ ਉਮਰ ਦੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ ਬਾਅਦ ਦੇ ਟ੍ਰਾਇਲਸ ਦੌਰਾਨ ਇਸ 'ਚ 12 ਤੋਂ 15 ਸਾਲ ਦੇ 2260 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਹ ਟ੍ਰਾਇਲ ਪਤਝੜ ਤੋਂ ਜਾਰੀ ਰਹੇ ਹਨ। ਇਸ ਕੰਪਨੀ ਨੇ ਬੁੱਧਵਾਰ ਨੂੰ ਟ੍ਰਾਇਲ ਸੰਬੰਧੀ ਪ੍ਰੀਲਿਮਿਨਰੀ ਡਾਟਾ ਸਾਂਝਾ ਕੀਤਾ, ਜਿਸ ਅਨੁਸਾਰ ਵੈਕਸੀਨ ਦੀ ਵਰਤੋਂ ਕਰਨ ਵਾਲਿਆਂ ਨੇ ਕੋਵਿਡ-19 ਦੇ ਲੱਛਣ ਸਥਾਪਿਤ ਨਹੀਂ ਕੀਤੇ ਸਨ। ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾਕਟਰ ਸੁਪ੍ਰਿਆ ਸ਼ਰਮਾ ਦਾ ਕਹਿਣਾ ਹੈ ਕਿ ਫਾਈਜ਼ਰ ਵੱਲੋਂ 12 ਤੋਂ 15 ਸਾਲ ਦੇ ਵਰਗ ਦੇ ਲਈ ਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਕਿਹਾ ਜ਼ਰੂਰ ਜਾ ਰਿਹਾ ਹੈ, ਪਰ ਇਸ ਤੇ ਜ਼ਰੂਰੀ ਡਾਟਾ ਉਪਲਬਧ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਟੈਸਟ ਮੋਡਰਨਾ ਅਤੇ ਹੋਰ ਵੈਕਸੀਨ ਨਿਰਮਾਤਾਵਾਂ ਵੱਲੋਂ ਵੀ ਕੀਤੇ ਜਾ ਰਹੇ ਹੈ। ਉਨ੍ਹਾਂ ਕਿਹਾ ਕਿ ਫਾਈਜ਼ਰ ਦਾ ਡਾਟਾ ਉਹਨਾਂ ਕੋਲ ਕਰੀਬ 2 ਹਫ਼ਤੇ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਡਾਟਾ ਮਿਲ ਜਾਂਦਾ ਹੈ ਤਾਂ ਸ਼ਾਇਦ ਫਾਈਜ਼ਰ ਪਹਿਲੀ ਵੈਕਸੀਨ ਬਣ ਸਕਦੀ ਹੈ ਜਿਸ ਨੂੰ ਛੋਟੇ ਉਮਰ ਵਰਗ ਲਈ ਮਨਜ਼ੂਰੀ ਮਿਲ ਸਕੇ। Pfizer, if all the data is fine, may be the first one where we'll be able to administer those to children at a younger age. But as we said, with any of these changes in terms of how the vaccines are used, the companies have to come into Health Canada, give us the data, we review it to make sure that the vaccines are safe and effective and of high quality, and that the benefits outweigh the risks in whatever population that it's studied in. ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇੱਕ ਏਸ਼ੀਆਈ ਅਮਰੀਕੀ ਔਰਤ ਤੇ ਹਮਲਾ ਕਰਨ ਵਾਲਾ ਇੱਕ ਆਦਮੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਔਰਤ ਮੂਲ ਰੂਪ ਤੋਂ ਫਿਲੀਪੀਨਜ਼ ਦੀ ਹੈ ਤੇ ਉਸ ਦੀ ਉਮਰ 65 ਸਾਲ ਤੇ ਉਸ ਦਾ ਨਾਮ ਵਿਲਮਾ ਕਾਰੀ ਦੱਸਿਆ ਗਿਆ ਹੈ। ਪੀੜਤ ਔਰਤ ਨੂੰ ਬੇहद ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ। ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਉਮਰ 38 ਸਾਲ ਹੈ ਤੇ ਉਸ ਦਾ ਨਾਮ ਬ੍ਰੈਂਡਨ ਐਲੀਅਟ ਹੈ। ਸੋਮਵਾਰ ਦੀ ਘਟਨਾ ਤੋਂ ਬਾਅਦ ਉਜਾਗਰ ਹੋਈ ਵੀਡੀਓ ਵਿੱਚ ਸ਼ੱਕੀ ਵਿਅਕਤੀ ਦਾ ਚਿਹਰਾ ਵੇਖਿਆ ਜਾ ਸਕਦਾ ਸੀ। ਇਸ ਵਿਅਕਤੀ ਬਾਰੇ ਦੱਸਿਆ ਗਿਆ ਕਿ ਇੱਕ ਪੈਰੋਲੀ ਹੈ ਅਤੇ ਉਸ ਨੂੰ ਕਰੀਬ 2 ਦਹਾਕੇ ਪਹਿਲਾਂ ਆਪਣੀ ਮਾਂ ਦੇ ਕਤਲ 'ਚ ਦੋਸ਼ੀ ਪਾਇਆ ਗਿਆ ਸੀ। ਪੂਰਾ ਮਾਮਲਾ ਨਸਲਵਾਦੀ ਹਮਲੇ ਦਾ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਔਰਤ ਸੋਮਵਾਰ ਦੁਪਹਿਰ ਦੇ ਸਮੇਂ ਤੁਰ ਕੇ ਜਾ ਰਹੀ ਸੀ ਜਦ ਇੱਕ ਆਦਮੀ ਨੇ ਉਸ ਤੱਕ ਪਹੁੰਚ ਕੀਤੀ ਅਤੇ ਉਸ ਦੇ ਢਿੱਡ ਵਿੱਚ ਲੱਤ ਮਾਰੀ। ਔਰਤ ਡਿੱਗ ਗਈ। ਫਿਰ ਆਦਮੀ ਨੇ ਕਈ ਵਾਰ ਉਸ ਦੇ ਚਿਹਰੇ ਨੂੰ ਮਸਲ ਦਿੱਤਾ। ਹਮਲੇ ਦੌਰਾਨ ਉਸਨੇ ਕੁਝ ਐਂਟੀ ਏਸ਼ੀਆਈ ਟਿੱਪਣੀਆਂ ਵੀ ਕੀਤੀਆਂ ਸਨ। The individual we have arrested in this horrific case, 38-year-old Brandon Elliott, is charged with a completely unprovoked, violent attack on an innocent, defenseless woman. ਭਾਰਤ ਵਿੱਚ ਸੁਪਰੀਮ ਕੋਰਟ ਵੱਲੋਂ ਖੇਤੀਬਾੜੀ ਕਾਨੂੰਨਾਂ ਤੇ ਕਿਸਾਨ ਅੰਦੋਲਨ ਨਾਲ ਜੁੜੇ ਮੁੱਦਿਆਂ ਦਾ ਅਧਿਐਨ ਕਰਨ ਲਈ ਬਣਾਈ ਗਈ ਮਾਹਰ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਕਮੇਟੀ ਦੀ ਰਿਪੋਰਟ ਇੱਕ ਸੀਲਬੰਦ ਲਿਫਾਫੇ ਵਿੱਚ ਸੌਂਪੀ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦੀ ਅਦਾਲਤ ਇਸ ਕੇਸ ਦੀ ਅੱਗੇ ਦੀ ਸੁਣਵਾਈ ਕਰ ਸਕਦੀ ਹੈ। ਯਾਦ ਰਹੇ, ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਾਇਰ ਪਟੀਸ਼ਨਾਂ ਤੇ ਦਸੰਬਰ ਤੇ ਜਨਵਰੀ ਦੇ ਦਰਮਿਆਨ ਸੁਣਵਾਈ ਕੀਤੀ ਸੀ।